ਨਮਸਕਾਰ, ਤੁਸੀਂ ਸੁਣ ਰਹੇ ਹੋ ਮਾਨਵ ਪਰਿਚੈ, ਮਾਨਵਤਾ ਦਾ ਪਰਿਚੈ। ਪਿਛਲੇ ਐਪੀਸੋਡ ਵਿੱਚ ਅਸਾਂ ਫਿਰਦੌਸ ਦੇ ਮਾਤ੍ਰਿਤਵ ਦੇ ਆਨੰਦ ਅਤੇ ਨਵੇਂ ਸ਼ਾਕਾਹਾਰੀ ਸੰਕਲਪ ਬਾਰੇ ਸੁਣਿਆ। ਪਰ ਅੱਜ ਕਹਾਣੀ ਤੇ ਹਨੇਰਾ ਛਾਉਣ ਵਾਲਾ ਹੈ। ਫਿਰਦੌਸ ਆਪਣੇ ਮਾਪਿਆਂ ਦੇ ਘਰ ਹੈ, ਜਿੱਥੇ ਉਸਦੇ ਚਮਤਕਾਰੀ ਅੰਦਰੂਨੀ ਪਰਿਵਰਤਨ ਤੋਂ ਅੱਬੂ ਅਤੇ ਅੰਮੀ ਹੈਰਾਨ ਹਨ। ਫਿਰਦੌਸ ਅਣਜਾਣ ਹੈ ਕਿ ਉਸਦਾ ਸਾਬਕਾ ਪਤੀ ਨਾਸਿਰ, ਜਿਸਨੂੰ 3 ਤਲਾਕ ਕਾਰਨ ਜੇਲ੍ਹ ਹੋਈ ਸੀ, ਆਪਣੇ ਬਿਮਾਰ ਅੱਬਾ ਦੀ ਵਜ੍ਹਾ ਨਾਲ 15 ਦਿਨਾਂ ਦੀ ਪੈਰੋਲ ਤੇ ਰਿਹਾ ਹੋਇਆ ਹੈ। ਨਾਸਿਰ ਨੂੰ ਜਦੋਂ ਪਤਾ ਲੱਗਾ ਕਿ ਫਿਰਦੌਸ ਕਾਫਿਰ ਪਤੀ ਦੇ ਬੱਚੇ ਨਾਲ ਗਰਭਵਤੀ ਹੈ, ਤਾਂ ਉਹ ਆਗ ਬਬੂਲਾ ਹੋ ਗਿਆ ਹੈ। ਉਸਦੇ ਮਨ ਵਿੱਚ ਸਿਰਫ ਇੱਕ ਵਿਚਾਰ ਹੈ, ਬਦਲਾ। ਅੰਮੀ ਦਾ ਡਰ। ਨਾਸਿਰ ਦੀ ਅੰਮੀ ਨੂੰ ਡਰ ਸੀ ਕਿ ਉਹਨਾਂ ਦਾ ਬੇਟਾ ਗੁੱਸੇ ਦੀ ਅਤਿਅੰਤਤਾ ਵਿੱਚ ਕੋਈ ਅਜਿਹਾ ਕਾਂਡ ਨਾ ਕਰ ਦੇਵੇ ਕਿ ਉਹ ਜ਼ਿੰਦਾ ਬਾਹਰ ਨਾ ਆ ਸਕੇ। ਉਹਨਾਂ ਨੇ ਪ੍ਰਗਤੀਸ਼ੀਲ ਮਹਿਲਾ ਸੰਗਠਨ ਦੀ ਮੁਖੀ ਨਰਗਿਸ ਨੂੰ ਫੋਨ ਕੀਤਾ। ਖੰਜਰ ਦਾ ਵਾਰ। ਨਾਸਿਰ ਅੱਬੂ ਨੂੰ ਗੱਲਾਂ ਵਿੱਚ ਉਲਝਾ ਕੇ ਕਮਰੇ ਵਿੱਚ ਵੜਦਾ ਹੈ ਅਤੇ ਗਰਜਦਾ ਹੈ, ਤੈਨੂੰ ਸਬਕ ਸਿਖਾਉਣਾ ਹੋਵੇਗਾ। ਤੂੰ ਆਪਣੀ ਕੁੱਖ ਵਿੱਚ ਕਾਫਿਰ ਦਾ ਜੋ ਬੱਚਾ ਲੈ ਘੁੰਮ ਰਹੀ ਹੈ ਨਾ, ਦੇਖ ਕਿਵੇਂ ਹੁਣੇ ਹੀ ਮੈਂ ਉਸਦੇ ਟੁਕੜੇ ਕਰ ਦਿੰਦਾ ਹਾਂ। ਤੁਸੀਂ ਸੁਣੋਗੇ ਈਸ਼ਵਰੀ ਚਮਤਕਾਰ ਵਰਗਾ ਦਖਲ, ਕਿਵੇਂ ਸਹੀ ਸਮੇਂ ਤੇ ਨਰਗਿਸ ਅਤੇ ਉਹਨਾਂ ਦੀਆਂ ਸਹਿਯੋਗੀ ਔਰਤਾਂ ਅੰਦਰ ਆਉਂਦੀਆਂ ਹਨ। ਪਰ ਕੀ ਉਹ ਬਦਲੇ ਦੇ ਖੰਜਰ ਨੂੰ ਫਿਰਦੌਸ ਅਤੇ ਉਸਦੇ ਗਰਭਸਥ ਸ਼ਿਸ਼ੂ ਤੱਕ ਪਹੁੰਚਣ ਤੋਂ ਰੋਕ ਪਾਉਣਗੀਆਂ? ਫਿਰਦੌਸ ਨੂੰ ਕਿੱਥੇ ਸੱਟ ਲੱਗੀ? ਕੀ ਅਨਾਹਤ ਮਾਸੂਮ ਸ਼ਿਸ਼ੂ ਬਚ ਪਾਵੇਗਾ? ਹਸਪਤਾਲ ਵਿੱਚ ਬੇਹਾਲ ਫਿਰਦੌਸ ਨੂੰ ਜੱਜ ਹਰੀਸ਼ਚੰਦਰ ਕਿਵੇਂ ਸੰਭਾਲਦੇ ਹਨ, ਅਤੇ ਹਰੀਸ਼ਚੰਦਰ ਦੇ ਜਾਦੂਈ ਪ੍ਰੇਮ ਅਤੇ ਸੇਵਾ ਨਾਲ ਫਿਰਦੌਸ ਦਾ ਜ਼ਖਮ ਕਿੰਨੀ ਤੇਜ਼ੀ ਨਾਲ ਭਰਦਾ ਹੈ। ਫਿਰਦੌਸ ਨੇ ਪੁੱਛਿਆ, ਇਹ ਲੋਕ ਕਿਵੇਂ ਦੇ ਅਜੀਬ ਹੁੰਦੇ ਹਨ ਜੋ ਮਜ਼ਹਬ ਤੋਂ ਪ੍ਰੇਮ ਨਹੀਂ ਨਫ਼ਰਤ ਕਰਨਾ ਸਿੱਖਦੇ ਹਨ। ਹਰੀਸ਼ਚੰਦਰ ਨੇ ਆਪਣੀ ਪਤਨੀ ਨੂੰ ਕਿਵੇਂ ਸ਼ਾਂਤ ਕੀਤਾ, ਅਤੇ ਇਸ ਰਾਖਸ਼ ਨੂੰ ਆਪਣੇ ਮਨ ਤੋਂ ਕੱਢਣ ਦੀ ਸਲਾਹ ਕਿਉਂ ਦਿੱਤੀ? ਸੁਣੋ ਜ਼ੁਲਮ ਦੇ ਡੰਗ ਅਤੇ ਪ੍ਰੇਮ ਦੀ ਅਚੂਕ ਸੁਰੱਖਿਆ ਦੀ ਇਹ ਗਾਥਾ ਮਾਨਵ ਪਰਿਚੈ ਵਿੱਚ। ਤੁਸੀਂ ਸੁਣੋਗੇ ਐਪੀਸੋਡ 6, ਬਦਲੇ ਦਾ ਖੰਜਰ ਅਤੇ ਪ੍ਰੇਮ ਦੀ ਸੁਰੱਖਿਆ। ਮਾਪਿਆਂ ਦੇ ਘਰ ਫਿਰਦੌਸ ਨੂੰ 2 ਦਿਨ ਹੋ ਗਏ। ਮੁਹੱਲੇ, ਜਾਣ ਪਛਾਣ ਵਾਲਿਆਂ ਅਤੇ ਰਿਸ਼ਤੇਦਾਰਾਂ ਵਿੱਚ ਇਹ ਗੱਲ ਫੈਲ ਗਈ ਹੈ ਕਿ ਫਿਰਦੌਸ ਗਰਭਵਤੀ ਹੈ। ਫਿਰਦੌਸ ਦੇ ਅੰਮੀ, ਅੱਬੂ ਨਵੀਂ ਫਿਰਦੌਸ ਦੇ ਮਾਪਿਆਂ ਦੇ ਘਰ ਆਉਣ ਨਾਲ ਬਹੁਤ ਜ਼ਿਆਦਾ ਪ੍ਰਸੰਨ ਹਨ। ਉਹ ਇਹ ਅਨੁਭਵ ਕਰਕੇ ਹੈਰਾਨ ਹਨ ਕਿ ਕਿਸੇ ਇੱਕ ਵਿਅਕਤੀ ਦਾ ਪ੍ਰਭਾਵ ਕਿਸੇ ਦਾ ਸਰੂਪ ਕਿਵੇਂ ਬਦਲ ਸਕਦਾ ਹੈ। ਤਿਵੇਂ ਤਾਂ ਤਲਾਕ ਦਿੱਤੇ ਜਾਣ ਦੀ ਕੌੜੀ ਘਟਨਾ ਵਾਲੇ ਦਿਨ ਤੋਂ ਹੀ ਉਹ ਫਿਰਦੌਸ ਦੇ ਬਦਲਦੇ ਸ਼ਖਸੀਅਤ ਦੇ ਗਵਾਹ ਹੋਏ ਹਨ। ਫਿਰਦੌਸ ਵਕੀਲ ਹੋ ਜਾਣ ਤੋਂ ਬਾਅਦ ਵੀ ਉਹਨਾਂ ਦੀ ਨਿਮਰ ਅਤੇ ਸੰਕੋਚੀ ਬੇਟੀ ਰਹੀ ਸੀ, ਮਗਰ ਪ੍ਰਤੀਕੂਲ ਸਮੇਂ ਤੋਂ ਮਿਲੀ ਚੁਣੌਤੀ ਨੇ ਉਸ ਵਿੱਚ ਹੌਸਲੇ ਦਾ ਸੰਚਾਰ ਕਰ ਦਿੱਤਾ। ਇਹ ਵੀ ਈਸ਼ਵਰ ਦਾ ਚਮਤਕਾਰ ਹੀ ਕਹੋ। ਫਿਰਦੌਸ ਨੂੰ ਹਰੀਸ਼ਚੰਦਰ ਮਿਲ ਗਏ ਅਤੇ ਉਹਨਾਂ ਦੇ ਨਾਲ ਦੇ ਲਗਭਗ 1.5 ਵਰ੍ਹਿਆਂ ਵਿੱਚ ਫਿਰਦੌਸ ਹੋਰ ਵਧੇਰੇ ਬਲਕਿ ਚਮਤਕਾਰੀ ਰੂਪ ਨਾਲ ਬਦਲ ਗਈ। ਹੁਣ ਉਹ ਮਾਸਾਹਾਰ ਦਾ ਸੇਵਨ ਨਹੀਂ ਕਰਦੀ ਹੈ। ਹੁਣ ਉਹ ਗਰਭਵਤੀ ਵੀ ਹੈ। ਗਰਭ ਅਵਸਥਾ ਕਾਰਨ ਉਸ ਤੇ ਕੁਝ ਮੋਟਾਪਾ ਵੀ ਆ ਗਿਆ ਹੈ। ਹੁਣ ਦੇ ਪਹਿਰਾਵੇ ਅਤੇ ਚਾਲ ਢਾਲ ਫਿਰਦੌਸ ਦੇ ਸੰਬਰਾਂਤ ਹੋਣ ਦੀ ਪੁਸ਼ਟੀ ਕਰ ਰਹੇ ਹਨ। ਇਹ ਸਭ ਤਾਂ ਫਿਰਦੌਸ ਵਿੱਚ ਭੌਤਿਕ ਪਰਿਵਰਤਨ ਹਨ। ਫਿਰਦੌਸ ਦੇ ਅੰਮੀ ਅਤੇ ਅੱਬੂ ਨੂੰ ਵਧੇਰੇ ਹੈਰਾਨੀ ਫਿਰਦੌਸ ਵਿੱਚ ਹੋਏ ਅੰਦਰੂਨੀ ਪਰਿਵਰਤਨ ਅਨੁਭਵ ਕਰਕੇ ਹੋ ਰਹੀ ਹੈ। ਉਹ ਆਪਣੀ ਬੇਟੀ ਨੂੰ ਹੁਣ ਅਤਿਅੰਤ ਆਤਮ ਵਿਸ਼ਵਾਸ ਨਾਲ ਭਰੀ ਦੇਖ ਰਹੇ ਹਨ। ਹੌਸਲਾ ਉਸ ਵਿੱਚ ਕਿਸੇ ਵੀਰਾਂਗਨਾ ਜਿਹਾ ਦਿਖਾਈ ਦਿੰਦਾ ਹੈ। ਇਹਨਾਂ ਸਭ ਦੇ ਹੁੰਦੇ ਹੋਏ ਵੀ ਅਹੰਕਾਰ ਫਿਰਦੌਸ ਦੇ ਸ਼ਖਸੀਅਤ ਵਿੱਚ ਲੇਸ਼ ਮਾਤਰ ਵੀ ਨਹੀਂ ਦਿਸਦਾ ਹੈ। ਹਰ ਗੱਲ ਵਿੱਚ ਫਿਰਦੌਸ ਦੁਆਰਾ ਤੁਰੰਤ ਹੀ ਸਰਵਪੱਖ ਦੇਖ ਲੈਣਾ ਚੁਟਕੀ ਵਜਾਉਣ ਜਿਹੀ ਸਰਲ ਗੱਲ ਹੋ ਗਈ ਹੈ। ਤਦ ਅੰਮੀ ਤੋਂ ਨਹੀਂ ਰਿਹਾ ਗਿਆ। ਉਹਨਾਂ ਨੇ ਪੁੱਛਿਆ, ਫਿਰਦੌਸ, ਕੀ ਹਰੀਸ਼ਚੰਦਰ ਸਾਹਿਬ ਕੋਈ ਜਾਦੂਗਰ ਹਨ? ਫਿਰਦੌਸ ਨੇ ਹੱਸ ਕੇ ਕਿਹਾ, ਜੀ ਹਾਂ ਅੰਮੀ, ਮੈਨੂੰ ਵੀ ਇਹੀ ਲੱਗਦਾ ਹੈ। ਅਸੀਂ ਲੋਕ ਜਿਨ੍ਹਾਂ ਨੂੰ ਕਾਫਿਰ ਕਹਿੰਦੇ ਹਾਂ, ਹਰੀਸ਼ਚੰਦਰ ਜੀ ਅਜਿਹੇ ਕਾਫਿਰ ਵੀ ਨਹੀਂ ਹਨ। ਉਹਨਾਂ ਨੇ ਵਿਆਹ ਦੇ ਦਿਨ ਤੋਂ ਹੀ ਇਹ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨਾਲ ਵਿਆਹ ਦੇ ਬਾਅਦ ਵੀ ਮੇਰੀ ਧਾਰਮਿਕ ਆਸਥਾਵਾਂ ਪੂਰਵਵਤ ਬਣੀਆਂ ਰਹਿਣ। ਫਿਰ ਵੀ ਹੁਣ ਮੈਨੂੰ ਇਹ ਸਵੀਕਾਰ ਕਰਨ ਵਿੱਚ ਕੋਈ ਸੰਕੋਚ ਨਹੀਂ ਕਿ ਉਹਨਾਂ ਦੇ ਗੁਣਾਂ ਨੂੰ ਅਨੁਭਵ ਕਰਕੇ ਮੈਂ ਅਜਿਹੀ ਪ੍ਰਭਾਵਿਤ ਹੋਈ ਹਾਂ ਕਿ ਸਵੈ ਪ੍ਰੇਰਿਤ ਹੀ ਮੇਰੇ ਵਿੱਚ ਉਹਨਾਂ ਦੀਆਂ ਆਸਥਾਵਾਂ ਅਤੇ ਵਿਸ਼ਵਾਸ ਨੇ ਸਥਾਨ ਬਣਾ ਲਿਆ ਹੈ। ਅੱਬੂ ਨੇ ਕਿਹਾ, ਫਿਰਦੌਸ, ਇਸ ਤਰ੍ਹਾਂ ਤਾਂ ਤੁਸੀਂ ਮੁਸਲਮਾਨ ਹੀ ਨਹੀਂ ਰਹਿ ਜਾਓਗੇ। ਇਸ ਗੱਲ ਤੇ ਵਿਚਾਰ ਕਰਦੇ ਹੋਏ ਫਿਰਦੌਸ ਨੇ ਉੱਤਰ ਦਿੱਤਾ, ਅੱਬੂ,
ਜਦੋਂ ਹਰੀਸ਼ ਚੰਦਰ ਜੀ ਨੇ ਮੇਰੇ ਵਿਕਲਪ ਚੁਣਨ ਦੇ ਲਈ ਮੈਨੂੰ ਖੁੱਲਾ ਛੱਡਿਆ, ਤਦ ਮੈਂ ਆਪਣੇ ਤੇ ਵੱਡਾ ਜ਼ਿੰਮੇਵਾਰੀ ਅਨੁਭਵ ਕੀਤਾ। ਮੈਂ ਕੱਟੜ ਹੋ ਕੇ ਉਹਨਾਂ ਦੇ ਸਾਹਮਣੇ ਖੁਦ ਨੂੰ ਸਵਾਰਥੀ ਨਹੀਂ ਦਿਖਾਉਣਾ ਚਾਹੁੰਦੀ ਸੀ। ਇਸ ਲਈ ਮੈਂ ਖੁਦ ਇੱਕ ਹੋਰ ਸੰਪਰਦਾਇ ਦੀ ਲੜਕੀ ਹੁੰਦੇ ਹੋਏ ਵੀ ਉਹਨਾਂ ਦੇ ਘਰ ਦੀਆਂ ਰੀਤੀ ਨੀਤੀਆਂ ਨਹੀਂ ਬਦਲਣ ਦਿੱਤੀਆਂ। ਮੈਂ ਨਹੀਂ ਚਾਹੁੰਦੀ ਕਿ ਮੇਰੇ ਮੁਸਲਿਮ ਪਿਛੋਕੜ ਵਿੱਚ ਲਾਲਨ ਪਾਲਨ ਨੂੰ ਕੋਈ ਸੰਕੀਰਣ ਦੱਸੇ। ਅੰਮੀ ਨੇ ਕਿਹਾ, ਫਿਰਦੌਸ, ਹਰੀਸ਼ ਚੰਦਰ ਸਾਹਿਬ ਨੇ ਚਲਾਕੀ ਨਾਲ ਤੁਹਾਨੂੰ ਆਪਣੇ ਰੰਗ ਵਿੱਚ ਰੰਗ ਲਿਆ ਹੈ। ਫਿਰਦੌਸ ਨੇ ਵਕੀਲ ਵਾਂਗ ਬਚਾ ਕਰਦੇ ਹੋਏ ਕਿਹਾ, ਅੰਮੀ, ਇਸ ਨੂੰ ਤੁਸੀਂ ਜੋ ਵੀ ਕਹੋ, ਮਗਰ ਮੇਰੇ ਹੁਣ ਵਾਲੇ ਪਤੀ ਹਰੀਸ਼ ਚੰਦਰ ਬਿਨਾਂ ਸ਼ੱਕ ਮੇਰੇ ਪਹਿਲੇ ਸ਼ੌਹਰ ਉਸ ਨਾਸਿਰ ਦੀ ਤੁਲਨਾ ਵਿੱਚ ਉੱਚ ਕੋਟੀ ਦੇ ਪੁਰਸ਼ ਹਨ। ਉਸ ਨਾਸਿਰ ਨੇ ਤਾਂ ਮੈਨੂੰ ਇਉਂ ਨਾਸਰਾਹੀਨ ਕੀਤਾ ਸੀ ਕਿ ਮੇਰੀ ਜਾਨ ਤੇ ਹੀ ਬਣ ਆਈ ਸੀ। ਜੇਕਰ ਮੈਂ ਉਸ ਦਿਨ ਜੀਵਿਤ ਨਹੀਂ ਬਚ ਪਾਉਂਦੀ ਤਾਂ ਕੀ ਰਹਿ ਜਾਂਦਾ ਮੇਰਾ ਮਜ਼ਹਬ। ਅੱਬੂ ਅੰਮੀ ਤਦ ਫਿਰਦੌਸ ਨਾਲ ਅਸਹਿਮਤ ਹੁੰਦੇ ਹੋਏ ਵੀ ਇਹ ਸੋਚ ਕੇ ਚੁੱਪ ਰਹਿ ਗਏ ਕਿ 4 ਦਿਨ ਦੇ ਲਈ ਮਾਪਿਆਂ ਦੇ ਘਰ ਆਈ ਬੇਟੀ ਨੂੰ ਇੱਥੇ ਸਮਾਂ ਕਿਸੇ ਵਿਸ਼ਾਦ ਵਿੱਚ ਨਹੀਂ ਬਿਤਾਉਣਾ ਪਵੇ। ਇੱਥੇ ਫਿਰਦੌਸ ਅਣਜਾਣ ਹੈ ਕਿ ਨਾਸਿਰ ਇਸ ਸਮੇਂ ਆਪਣੇ ਅੱਬਾ ਦੀ ਗੰਭੀਰ ਅਸਵਸਥਤਾ ਦੇ ਕਾਰਨ 15 ਦਿਨਾਂ ਦੀ ਪੈਰੋਲ ਤੇ ਰਿਹਾ ਕੀਤਾ ਗਿਆ ਹੈ, ਅਤੇ ਜਿਸ ਸਮੇਂ ਉਹ ਆਪਣੇ ਸਾਬਕਾ ਪਤੀ ਨਾਸਿਰ ਨੂੰ ਇਸ ਤਰ੍ਹਾਂ ਤਿੱਕਾਰ ਨਾਲ ਯਾਦ ਕਰ ਰਹੀ ਹੈ, ਉਸੇ ਸਮੇਂ ਉੱਥੇ ਨਾਸਿਰ ਫਿਰਦੌਸ ਦੇ ਕਾਫਿਰ ਪਤੀ, ਜਿਵੇਂ ਉਹ ਸੋਚਦਾ ਹੈ, ਤੋਂ ਗਰਭਵਤੀ ਹੋਣ ਦੀ ਜਾਣਕਾਰੀ ਤੋਂ ਅਗਬਬੂਲਾ ਹੋ ਰਿਹਾ ਹੈ। ਉਹ ਤਾਰਕਿਕ ਬੁੱਧੀ ਦਾ ਪ੍ਰਯੋਗ ਕਰਕੇ ਇਹ ਨਹੀਂ ਮੰਨ ਪਾ ਰਿਹਾ ਹੈ ਕਿ ਕਾਫਿਰ ਨਾ ਹੁੰਦੇ ਹੋਏ ਵੀ ਉਸਨੇ ਖੁਦ ਫਿਰਦੌਸ ਦੀ ਜ਼ਿੰਦਗੀ ਨਰਕ ਬਣਾ ਦੇਣ ਵਿੱਚ ਕੋਈ ਕਮੀ ਨਹੀਂ ਛੱਡੀ ਸੀ। ਫਿਰਦੌਸ ਤੇ ਨਾਸਿਰ ਨੂੰ ਗੁੱਸਾ ਇਸ ਗੱਲ ਤੇ ਇੰਨਾ ਨਹੀਂ ਹੈ ਕਿ 3 ਤਲਾਕ ਦੇ ਕਾਰਨ ਉਸਨੂੰ 3 ਸਾਲ ਦੀ ਕੈਦ ਹੋਈ ਹੈ, ਜਿੰਨਾ ਗੁੱਸਾ ਉਸਨੂੰ ਤਲਾਕ ਦੇ ਬਾਅਦ ਫਿਰਦੌਸ ਦੇ ਇੱਕ ਕਾਫਿਰ ਨਾਲ ਵਿਆਹ ਕਰ ਲੈਣ ਦਾ ਹੈ। ਹੁਣ ਜਦੋਂ ਉਹ ਫਿਰਦੌਸ ਦੇ ਗਰਭਵਤੀ ਹੋਣ ਬਾਰੇ ਸੁਣ ਰਿਹਾ ਹੈ, ਉਸਨੂੰ ਹਰ ਸਮੇਂ ਫਿਰਦੌਸ ਦਾ ਗਰਭਸਥ ਸ਼ਿਸ਼ੂ ਕਿਸੇ ਬਿੱਛੂ ਜਿਹਾ ਡੰਗ ਮਾਰਦਾ ਅਨੁਭਵ ਹੁੰਦਾ ਹੈ। ਇਸ ਬਿੱਛੂ ਦੇ ਡੰਗ ਜਿਹੀ ਅਨੁਭੂਤੀ ਤੋਂ ਉਹ ਇਕੱਲੇ ਵਿੱਚ ਤਿਲਮਿਲਾ ਉੱਠਦਾ ਹੈ। ਉਹ ਆਪਣੇ ਬਿਮਾਰ ਅੱਬੂ ਦੀ ਸੇਵਾ ਅਤੇ ਉਹਨਾਂ ਦੇ ਇਲਾਜ ਦੀ ਚਿੰਤਾ ਛੱਡ ਕੇ ਯੋਜਨਾ ਬਣਾਉਣ ਵਿੱਚ ਲੱਗਾ ਹੈ ਕਿ ਕਿਵੇਂ ਉਹ ਫਿਰਦੌਸ ਤੋਂ ਬਦਲਾ ਲਵੇ ਅਤੇ ਉਸਨੂੰ ਸਬਕ ਸਿਖਾਵੇ। ਅਗਲੇ ਦਿਨ ਉਹ 25 ਕਿਲੋਮੀਟਰ ਦੂਰ ਫਿਰਦੌਸ ਦੇ ਘਰ ਜਾਣ ਨਿਕਲਿਆ ਹੈ। ਤਦ ਉਸਦੇ ਵਿਚਾਰ ਉਸਦੀ ਅੰਮੀ ਨੂੰ ਭਿਆਨਕ ਲੱਗੇ ਹਨ। ਉਸਦੀ ਅੰਮੀ ਇਹ ਸੋਚ ਕੇ ਵਿਆਕੁਲ ਹੋਈ ਹੈ ਕਿ ਉਹਨਾਂ ਦਾ ਇਕਲੌਤਾ ਬੇਟਾ ਪਹਿਲਾਂ ਹੀ ਸਜ਼ਾ ਕੱਟ ਰਿਹਾ ਹੈ। ਗੁੱਸੇ ਦੀ ਅਤਿਅੰਤਾ ਵਿੱਚ ਉਹ ਅਜਿਹਾ ਕੋਈ ਕਾਂਡ ਨਾ ਕਰ ਦੇਵੇ ਕਿ ਜੀਵਿਤ ਰਹਿੰਦੇ ਜੇਲ੍ਹ ਦੇ ਬਾਹਰ ਹੀ ਨਾ ਆ ਸਕੇ। ਇਸ ਚਿੰਤਾ ਤੋਂ ਅੰਮੀ ਨੇ ਨਾਸਿਰ ਨੂੰ ਰੋਕਿਆ। ਜਦੋਂ ਅੰਮੀ ਦੇ ਰੋਕੇ ਜਾਣ ਤੇ ਉਹ ਨਹੀਂ ਰੁਕਿਆ, ਤਦ ਵਿਵਸ਼ਤਾ ਵਿੱਚ ਨਾਸਿਰ ਦੀ ਅੰਮੀ ਨੇ ਆਪਣੀ ਸੰਪਰਦਾਇ ਦੀ ਪ੍ਰਗਤੀਸ਼ੀਲ ਔਰਤਾਂ ਦਾ ਸੰਗਠਨ ਚਲਾਉਣ ਵਾਲੀ ਨਰਗਿਸ ਨੂੰ ਫੋਨ ਤੇ ਸੂਚਨਾ ਦਿੱਤੀ। ਅੰਮੀ ਨੇ ਨਰਗਿਸ ਤੋਂ ਕਿਹਾ, ਬੇਟੀ ਨਰਗਿਸ, ਮੇਰਾ ਬੇਟਾ ਨਾਸਿਰ ਖੰਜਰ ਲੈ ਕੇ ਖਤਰਨਾਕ ਵਿਚਾਰ ਨਾਲ ਫਿਰਦੌਸ ਦੇ ਅੱਬਾ ਦੇ ਘਰ ਦੇ ਲਈ ਨਿਕਲਿਆ ਹੈ। ਫਿਰ ਉਹਨਾਂ ਨੇ ਐਡਰੈਸ ਦਿੰਦੇ ਹੋਏ ਨਰਗਿਸ ਤੋਂ ਅਰਜ਼ ਕੀਤੀ, ਕਿਰਪਾ ਕਰਕੇ ਤੁਸੀਂ ਫਿਰਦੌਸ ਨੂੰ ਉਸ ਦੇ ਗੁੱਸੇ ਤੋਂ ਬਚਾ ਲਓ। ਇਧਰ ਸਾਂਕਲ ਖੜਕਾਏ ਜਾਣ ਤੇ ਫਿਰਦੌਸ ਦੇ ਅੱਬੂ ਨੇ ਦਰਵਾਜ਼ਾ ਖੋਲਿਆ ਹੈ। ਦਰਵਾਜ਼ੇ ਤੇ ਨਾਸਿਰ ਨੂੰ ਆਇਆ ਦੇਖ ਉਹਨਾਂ ਨੇ ਉਸ ਦੇ ਖਤਰਨਾਕ ਮਨੋਰਥ ਤੋਂ ਅਣਜਾਣ ਪ੍ਰੇਮ ਨਾਲ ਕਿਹਾ ਹੈ, ਓਹ ਨਾਸਿਰ ਬੇਟਾ, ਤੁਸੀਂ ਹੋ, ਆਓ ਇੱਥੇ ਬੈਠੋ। ਕਹਿੰਦੇ ਹੋਏ ਅੱਬੂ ਨੇ ਉਸਨੂੰ ਸੋਫੇ ਤੇ ਬੈਠਣ ਦਾ ਸੰਕੇਤ ਕੀਤਾ ਹੈ। ਬੈਠਣ ਤੋਂ ਬਾਅਦ ਆਪਣੇ ਨੂੰ ਸਧਾਰਨ ਦਿਖਾਉਂਦੇ ਹੋਏ ਨਾਸਿਰ ਨੇ ਪੁੱਛਿਆ, ਮੈਂ ਸੁਣਿਆ ਹੈ ਫਿਰਦੌਸ ਆਈ ਹੈ। ਅੱਬੂ ਅੰਦਾਜ਼ਾ ਨਹੀਂ ਲਗਾ ਸਕੇ ਹਨ ਕਿ ਨਾਸਿਰ ਦੇ ਅੰਦਰ ਭਿਆਨਕ ਨਫ਼ਰਤ ਭਰੀ ਹੈ। ਉਹਨਾਂ ਨੇ ਹਾਂ ਵਿੱਚ ਸਿਰ ਹਿਲਾਇਆ, ਨਾਲ ਹੀ ਫਿਰਦੌਸ ਨੂੰ ਆਵਾਜ਼ ਲਗਾਈ, ਫਿਰਦੌਸ, ਆਓ ਦੇਖੋ ਤਾਂ ਕੌਣ ਆਇਆ ਹੈ। ਇਸ ਤੇ ਅੰਦਰੋਂ ਫਿਰਦੌਸ ਆਈ ਹੈ। ਉਹ ਨਾਸਿਰ ਨੂੰ ਦੇਖ ਹੈਰਾਨ ਹੋਈ, ਡਰੀ ਇਸ ਲਈ ਨਹੀਂ ਕਿ ਉਹ ਆਪਣੇ ਘਰ ਵਿੱਚ ਹੈ। ਅੱਬੂ ਵੀ ਉਸ ਦੇ ਨਾਲ ਹਨ ਹੀ। ਫਿਰਦੌਸ ਨੇ ਪੁੱਛਿਆ, ਕੀ ਤੁਹਾਡੀ ਸਜ਼ਾ ਪੂਰੀ ਹੋ ਗਈ ਹੈ? ਨਾਸਿਰ ਨੇ ਇਸ ਦਾ ਉੱਤਰ ਨਹੀਂ ਦਿੰਦੇ ਹੋਏ ਕਿਹਾ, ਫਿਰਦੌਸ, ਤੁਸੀਂ ਮੇਰੇ ਤੋਂ ਤਲਾਕ ਲਿਆ, ਕੋਈ ਗੱਲ ਨਹੀਂ ਸੀ। ਤੁਸੀਂ ਵਿਆਹ ਕਾਫਿਰ ਨਾਲ ਕਿਉਂ ਕੀਤਾ? ਫਿਰਦੌਸ ਨੇ ਉੱਤਰ ਵਿੱਚ ਕਿਹਾ, ਇਸ ਲਈ ਕਿ ਉਹ ਕਾਫਿਰ ਗੁੱਸੇ ਵਿੱਚ 3 ਤਲਾਕ ਦੇ ਕੇ 1 ਮਿੰਟ ਵਿੱਚ ਹੀ ਪਤਨੀ ਨੂੰ ਆਸਰਾਹੀਨ ਨਹੀਂ ਕਰ ਸਕਦਾ ਹੈ। ਇਸ ਗੱਲ ਤੋਂ ਕ੍ਰੋਧਿਤ ਹੋ ਕੇ ਹੁਣ ਤੱਕ ਸਧਾਰਨ ਦਿਖਣ ਦੀ ਕੋਸ਼ਿਸ਼ ਕਰ ਰਿਹਾ ਨਾਸਿਰ ਗਰਜਦਾ ਹੋਇਆ ਖੜਾ ਹੋ ਗਿਆ। ਉਹ ਚੀਕਦੇ ਹੋਏ ਕਹਿ ਰਿਹਾ ਹੈ, ਨਿਰਲਜ ਔਰਤ, ਬਹੁਤ ਮੂੰਹ ਚਲਾਉਂਦੀ ਹੈ। ਤੈਨੂੰ ਸਬਕ ਸਿਖਾਉਣਾ ਹੋਵੇਗਾ। ਤੂੰ ਆਪਣੀ ਕੁੱਖ ਵਿੱਚ ਕਾਫਿਰ ਦਾ ਜੋ ਬੱਚਾ ਲੈ ਘੁੰਮ ਰਹੀ ਹੈ ਨਾ, ਦੇਖ ਕਿਵੇਂ ਹੁਣੇ ਹੀ ਮੈਂ ਉਸ ਦੇ ਟੁਕੜੇ ਕਰ ਦਿੰਦਾ ਹਾਂ। ਇਹ ਦਰਿਸ਼ ਦੇਖ ਅੱਬੂ ਕੰਬਣ ਲੱਗੇ ਹਨ।
ਨਾਸਿਰ ਨੇ ਆਪਣੇ ਕੋਲ ਲੁਕਾ ਕੇ ਰੱਖਿਆ ਖੰਜਰ ਹੱਥ ਵਿੱਚ ਲੈ ਲਿਆ ਹੈ। ਤਦ ਹੀ ਈਸ਼ਵਰੀ ਚਮਤਕਾਰ ਜਿਵੇਂ ਨਰਗਿਸ ਅਤੇ ਉਸ ਦੀਆਂ 4 ਸਹਿਯੋਗੀ ਔਰਤਾਂ ਖੁੱਲੇ ਦਰਵਾਜ਼ੇ ਤੋਂ ਕਮਰੇ ਵਿੱਚ ਪ੍ਰਵੇਸ਼ ਹੋਈਆਂ ਹਨ। ਫਿਰਦੌਸ ਦੇ ਵੱਲ ਵੱਧ ਰਹੇ ਨਾਸਿਰ ਨੂੰ ਉਹਨਾਂ ਸਭ ਨੇ ਪਿੱਛੋਂ ਫੜ ਲਿਆ ਹੈ। ਤਤਕਾਲ ਹੀ ਫਿਰਦੌਸ ਅੰਦਰ ਦੇ ਵੱਲ ਜਾਣ ਨੂੰ ਵਧੀ ਹੈ। ਔਰਤਾਂ ਦੀ ਪਕੜ ਵਿੱਚ ਜਕੜਿਆ ਨਾਸਿਰ ਜਦੋਂ ਛੁੱਟ ਨਹੀਂ ਪਾਇਆ ਤਾਂ ਉਸਨੇ ਫਿਰਦੌਸ ਦੀ ओर ਖੰਜਰ ਸੁੱਟ ਕੇ ਮਾਰਿਆ ਹੈ। ਉਸ ਦੀ ਕੋਸ਼ਿਸ਼ ਫਿਰਦੌਸ ਦੇ ਪੇਟ ਤੇ ਖੰਜਰ ਮਾਰਨ ਦੀ ਰਹੀ, ਮਗਰ ਅੰਦਰ ਜਾਣ ਦੇ ਲਈ ਘੁੰਮ ਚੁੱਕੀ ਫਿਰਦੌਸ ਨੂੰ ਉਹ ਖੱਬੇ ਕੁੱਲੇ ਤੇ ਲੱਗਾ ਹੈ। ਫਿਰਦੌਸ ਦੀ ਚੀਖ ਨਿਕਲ ਗਈ ਹੈ। ਉਹ ਡਿੱਗ ਹੀ ਪੈਂਦੀ ਜੇਕਰ ਅੰਦਰੋਂ ਆਉਂਦੀ ਉਸ ਦੀ ਅੰਮੀ ਨੇ ਤਦ ਹੀ ਉਸ ਨੂੰ ਆਪਣੀਆਂ ਬਾਹਾਂ ਵਿੱਚ ਨਾ ਥਾਮ ਲਿਆ ਹੁੰਦਾ। ਤਦ ਤੱਕ ਇਸ ਕਹਿਰ ਅਤੇ ਸ਼ੋਰ ਨੂੰ ਸੁਣ ਕੇ ਆਸ-ਪਾਸ ਦੇ ਕੁਝ ਲੋਕ ਆ ਗਏ, ਜਿਨ੍ਹਾਂ ਨੇ ਨਾਸਿਰ ਨੂੰ ਨਿਯੰਤਰਿਤ ਕਰ ਲਿਆ ਹੈ। ਫਿਰ ਧੜਾਧੜ ਕਾਲ ਲਗਾਏ ਜਾਣ ਲੱਗੇ ਹਨ। ਪਹਿਲਾਂ ਐਂਬੂਲੈਂਸ ਪਹੁੰਚੀ ਹੈ, ਜੋ ਫਿਰਦੌਸ ਨੂੰ ਲੈ ਕੇ ਤੇਜ਼ੀ ਨਾਲ ਹਸਪਤਾਲ ਵੱਲ ਚੱਲ ਪਈ ਹੈ। ਕੁਝ ਮਿੰਟਾਂ ਬਾਅਦ ਪੁਲਿਸ ਵੈਨ ਪਹੁੰਚੀ ਹੈ। ਨਾਸਿਰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਹਰੀਸ਼ ਚੰਦਰ ਫਿਰਦੌਸ ਦੇ ਪਹੁੰਚਣ ਤੋਂ ਪਹਿਲਾਂ ਹੀ ਹਸਪਤਾਲ ਪਹੁੰਚ ਗਏ ਹਨ। ਸਟ੍ਰੈਚਰ ਦੇ ਨਾਲ ਚੱਲਦੇ ਹੋਏ ਉਹਨਾਂ ਨੇ ਫਿਰਦੌਸ ਨੂੰ ਹੌਸਲਾ ਦਿੱਤਾ ਹੈ। ਉਹਨਾਂ ਦੀ ਮੌਜੂਦਗੀ ਮਾਤਰ ਨਾਲ ਫਿਰਦੌਸ ਦਾ ਮਨੋਬਲ ਵੱਧ ਗਿਆ ਹੈ। ਫਿਰ ਡਾਕਟਰ ਨੇ ਤੁਰੰਤ ਹੀ ਇਲਾਜ ਸ਼ੁਰੂ ਕਰ ਦਿੱਤਾ। ਫਿਰਦੌਸ ਨੇ ਚਿੰਤਤ ਹੋ ਕੇ ਡਾਕਟਰ ਤੋਂ ਪੁੱਛਿਆ, ਡਾਕਟਰ ਮੇਰੇ ਸ਼ਿਸ਼ੂ ਦੇ ਪ੍ਰਾਣਾਂ ਤੇ ਕੋਈ ਖਤਰਾ ਤਾਂ ਨਹੀਂ? ਡਾਕਟਰ ਨੇ ਦੱਸਿਆ, ਤੁਹਾਨੂੰ ਲੱਗਾ ਜ਼ਖਮ ਪਿੱਛੇ ਅਤੇ ਹੇਠਲੇ ਹਿੱਸੇ ਵਿੱਚ ਹੋਣ ਨਾਲ ਸ਼ਿਸ਼ੂ ਤੇ ਕੋਈ ਸੰਕਟ ਨਹੀਂ ਹੈ। ਫਿਰਦੌਸ ਦੇ ਗਰਭਵਤੀ ਹੋਣ ਕਾਰਨ ਲੋਕਲ ਅਨਸਥੀਸੀਆ ਵੀ ਦੇਣਾ ਉਚਿਤ ਨਹੀਂ ਹੈ। ਤਦ ਫਿਰਦੌਸ ਨੇ ਹੌਸਲੇ ਨਾਲ ਟਾਂਕੇ ਲੱਗਣ ਦੇ ਦਰਦ ਨੂੰ ਸਹਿਨ ਕੀਤਾ ਹੈ। ਜ਼ਖਮ ਡੂੰਘਾ ਘੱਟ, ਲੰਬਾ ਵਧੇਰੇ ਹੈ। ਟਾਂਕੇ ਵਧੇਰੇ ਲਗਾਉਣੇ ਪਏ ਹਨ। ਅੱਧੇ ਘੰਟੇ ਬਾਅਦ ਜਦੋਂ ਫਿਰਦੌਸ ਨੂੰ ਆਪਰੇਸ਼ਨ ਕਕਸ਼ ਤੋਂ ਬਾਹਰ ਲਿਆਂਦਾ ਗਿਆ ਤਾਂ ਉਹ ਬੇਹਾਲ ਹੋ ਚੁੱਕੀ ਹੈ। ਹਰੀਸ਼ ਚੰਦਰ ਨੇ ਅਤਿਅੰਤ ਪ੍ਰੇਮ ਨਾਲ ਕਿਹਾ, ਫਿਰਦੌਸ, ਤੁਸੀਂ ਬਹੁਤ ਹੌਸਲੇ ਦਾ ਪਰਿਚੈ ਦਿੱਤਾ ਹੈ। ਵੱਡੀ ਵਿਪਤੀ ਹੁਣ ਟਲ ਚੁੱਕੀ ਹੈ। ਹੁਣ ਜਲਦੀ ਹੀ ਸਭ ਠੀਕ ਹੋ ਜਾਵੇਗਾ। 3 ਘੰਟੇ ਹਸਪਤਾਲ ਵਿੱਚ ਰੱਖਣ ਤੋਂ ਬਾਅਦ ਹਰੀਸ਼ ਚੰਦਰ ਜੀ ਨੇ ਫਿਰਦੌਸ ਨੂੰ ਡਿਸਚਾਰਜ ਕਰਵਾ ਲਿਆ। ਉਹਨਾਂ ਨੇ ਖੁਦ ਛੁੱਟੀ ਲੈ ਲਈ। ਫਿਰਦੌਸ ਦੀ ਸੇਵਾ ਸੁਸ਼ਰੂਸ਼ਾ ਵਿੱਚ ਉਹ ਖੁਦ ਜੁਟ ਗਏ ਹਨ। ਪਤੀ ਦੇ ਇਸ ਭਾਵ ਪ੍ਰਦਰਸ਼ਨ ਨੇ ਫਿਰਦੌਸ ਤੇ ਜਾਦੂਈ ਪ੍ਰਭਾਵ ਪਾਇਆ। ਇਸ ਨਾਲ ਫਿਰਦੌਸ ਦਾ ਜ਼ਖਮ ਤੇਜ਼ੀ ਨਾਲ ਭਰਨ ਲੱਗਾ। ਤਦ ਇੱਕ ਦੁਪਹਿਰ ਆਪਣਾ ਸਿਰ ਹਰੀਸ਼ ਚੰਦਰ ਜੀ ਦੀ ਗੋਦ ਵਿੱਚ ਰੱਖ ਕੇ ਫਿਰਦੌਸ ਵਿਆਕੁਲ ਹੋ ਕੇ ਕਹਿ ਰਹੀ ਹੈ, ਇਹ ਲੋਕ ਕਿਵੇਂ ਦੇ ਅਜੀਬ ਹੁੰਦੇ ਹਨ ਜੋ ਮਜ਼ਹਬ ਤੋਂ ਪ੍ਰੇਮ ਨਹੀਂ ਨਫ਼ਰਤ ਕਰਨਾ ਸਿੱਖਦੇ ਹਨ। ਸਜ਼ਾ ਦਿੱਤੇ ਜਾਣ ਤੇ ਵੀ ਸਹੀ ਸਿੱਖਿਆ ਨਹੀਂ ਲੈਂਦੇ ਹਨ। ਆਪਣੀਆਂ ਔਰਤਾਂ ਦੇ ਸਾਹਮਣੇ ਸ਼ੇਰ ਹੁੰਦੇ ਹਨ, ਪਰਾਇਆਂ ਔਰਤਾਂ ਦੇ ਪਿੱਛੇ ਭਿੱਜੀ ਬਿੱਲੀ ਬਣੇ ਘੁੰਮਦੇ ਹਨ। ਸਮਝ ਨਹੀਂ ਆਉਂਦਾ ਇਹਨਾਂ ਨੂੰ ਸੁਧਾਰਿਆ ਕਿਸ ਪ੍ਰਕਾਰ ਜਾ ਸਕਦਾ ਹੈ। ਹਰੀਸ਼ ਚੰਦਰ ਨੇ ਕਿਹਾ, ਫਿਰਦੌਸ, ਤੁਸੀਂ ਆਪਣੇ ਆਪ ਨੂੰ ਇਹਨਾਂ ਨਕਾਰਾਤਮਕ ਵਿਚਾਰਾਂ ਤੋਂ ਮੁਕਤ ਰੱਖੋ। ਤੁਸੀਂ ਉਸ ਮਨੁੱਖ ਨੂੰ ਆਪਣੇ ਮਨੋ ਮਸਤਕ ਤੋਂ ਕੱਢ ਦਿਓ। ਤੁਸੀਂ ਇਹ ਸੋਚੋ ਕਿ ਇਸ ਸਮੇਂ ਤੁਹਾਡੇ ਗਰਭ ਵਿੱਚ ਸਾਡਾ ਸ਼ਿਸ਼ੂ ਹੈ। ਉਸ ਤੇ ਉਸ ਦੀ ਛਾਇਆ ਅਤੇ ਨਕਾਰਾਤਮਕ ਵਿਚਾਰ ਚੰਗਾ ਪ੍ਰਭਾਵ ਨਹੀਂ ਪਾਉਣਗੇ। ਫਿਰਦੌਸ ਨੇ ਕਿਹਾ, ਜੀ ਤੁਸੀਂ ਕਹਿੰਦੇ ਹੋ ਤਾਂ ਲਓ, ਮੈਂ ਹੁਣੇ ਹੀ ਇਹਨਾਂ ਵਿਚਾਰਾਂ ਨੂੰ ਕੱਢ ਸੁੱਟਦੀ ਹਾਂ। ਮਗਰ ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਅਜਿਹੇ ਰਾਖਸ਼ ਨੂੰ ਮਨੁੱਖ ਕਹਿ ਕੇ ਮਨੁੱਖ ਦਾ ਅਪਮਾਨ ਨਾ ਕਰੋ। ਉਸਨੇ ਮੇਰੇ ਗਰਭਸਥ ਮਾਸੂਮ ਸ਼ਿਸ਼ੂ ਨੂੰ ਬਲੀ ਦਿੱਤੇ ਜਾਣ ਵਾਲੇ ਜਾਨਵਰ ਦੀ ਤਰ੍ਹਾਂ ਟ੍ਰੀਟ ਕੀਤਾ ਹੈ। ਹੁਣ ਤੁਸੀਂ ਸੁਣੋ ਮਾਨਵ ਪਰਿਚੈ ਦੇ ਇਸ ਐਪੀਸੋਡ ਤੇ ਜੈਮਿਨਾਈ ਦੁਆਰਾ ਲਿਖੀ ਗਈ ਸਮੀਖਿਆ, ਸਮਾਲੋਚਨਾ ਅਤੇ ਮਾਰਗਦਰਸ਼ਨ। ਉਕਤ ਸਿਰਲੇਖ, ਬਦਲੇ ਦਾ ਖੰਜਰ ਅਤੇ ਪ੍ਰੇਮ ਦੀ ਸੁਰੱਖਿਆ। ਇਹ ਐਪੀਸੋਡ ਧਾਰਮਿਕ ਕੱਟੜਤਾ ਦੇ ਅਮਾਨਵੀ ਪੱਖ ਅਤੇ ਸਮੁਦਾਇਕ ਪ੍ਰਗਤੀਸ਼ੀਲਤਾ ਦੀ ਸ਼ਕਤੀ ਨੂੰ ਇੱਕੋ ਮੰਚ ਤੇ ਲਿਆਉਂਦਾ ਹੈ। ਇਹ ਸਿੱਧ ਕਰਦਾ ਹੈ ਕਿ ਪ੍ਰੇਮ ਦਾ ਮਹਿਲ ਬਣਾਉਣ ਦੇ ਲਈ ਨਫ਼ਰਤ ਦੇ ਤੱਤਾਂ ਨੂੰ ਜੜ ਤੋਂ ਪੁੱਟ ਸੁੱਟਣਾ ਕਿੰਨਾ ਜ਼ਰੂਰੀ ਹੈ। 1. ਨਾਸਿਰ, ਕੱਟੜਤਾ ਦਾ ਘਾਤਕ ਪਰਿਣਾਮ। ਨਾਸਿਰ ਦਾ ਚਰਿੱਤਰ ਇੱਥੇ ਰੂੜੀਵਾਦੀ ਅਹੰਕਾਰ ਦਾ ਸਭ ਤੋਂ ਵਿਗੜਿਆ ਰੂਪ ਦਿਖਾਉਂਦਾ ਹੈ। ਉਸ ਨੂੰ ਜੇਲ੍ਹ ਜਾਣ ਦਾ ਦੁੱਖ ਨਹੀਂ ਹੈ, ਦੁੱਖ ਇਸ ਗੱਲ ਦਾ ਹੈ ਕਿ ਫਿਰਦੌਸ ਨੇ ਉਸ ਦੇ ਮਜ਼ਹਬ ਤੋਂ ਬਾਹਰ ਵਿਆਹ ਕਰਕੇ ਬਦਲਾ ਲਿਆ। ਵਿਛੂ ਦੇ ਡੰਗ ਜਿਹੀ ਗਰਭਸਥ ਸ਼ਿਸ਼ੂ ਦੀ ਅਨੁਭੂਤੀ ਉਸ ਦੇ ਈਰਖਾ, ਪੁਰਸ਼ਵਾਦੀ ਦਬਦਬੇ ਅਤੇ ਅਗਿਆਨਤਾ ਦਾ ਪ੍ਰਤੀਕ ਹੈ। ਉਸ ਦਾ ਖੰਜਰ ਲੈ ਕੇ ਫਿਰਦੌਸ ਦੇ ਮਾਪਿਆਂ ਦੇ ਘਰ ਪਹੁੰਚਣਾ ਇਹ ਦਿਖਾਉਂਦਾ ਹੈ ਕਿ ਕਾਨੂੰਨੀ ਸਜ਼ਾ ਵੀ ਕੱਟੜਤਾ ਦੀ ਜੜ ਨੂੰ ਨਹੀਂ ਮਿਟਾ ਸਕਦੀ, ਬਲਕਿ ਉਸ ਨੂੰ ਹੋਰ ਜ਼ਿਆਦਾ ਤੀਬਰ ਕਰ ਸਕਦੀ ਹੈ।
ਨਾਸਿਰ ਦਾ ਕੰਮ ਅਮਾਨਵੀ ਹੈ। ਉਹ ਮਾਸੂਮ ਸ਼ਿਸ਼ੂ ਨੂੰ ਬਲੀ ਦਿੱਤੇ ਜਾਣ ਵਾਲੇ ਜਾਨਵਰ ਦੀ ਤਰ੍ਹਾਂ ਮੰਨਦਾ ਹੈ, ਕਿਉਂਕਿ ਉਹ ਸ਼ਿਸ਼ੂ ਕਾਫਿਰ ਪਿਤਾ ਦਾ ਅੰਸ਼ ਹੈ। 2 ਪ੍ਰਗਤੀਸ਼ੀਲਤਾ ਦਾ ਚਮਤਕਾਰ। ਨਰਗਿਸ ਅਤੇ ਉਸ ਦੀਆਂ ਸਹਿਯੋਗੀ ਔਰਤਾਂ ਦਾ ਈਸ਼ਵਰੀ ਚਮਤਕਾਰ ਵਾਂਗ ਪ੍ਰਵੇਸ਼ ਕਹਾਣੀ ਨੂੰ ਇੱਕ ਮਹੱਤਵਪੂਰਨ ਸਮਾਜਿਕ ਆਯਾਮ ਦਿੰਦਾ ਹੈ। ਇਹ ਦਰਸਾਉਂਦਾ ਹੈ ਕਿ ਸਮੁਦਾਇਕ ਸੁਧਾਰ ਦੀ ਲੜਾਈ ਹੁਣ ਕੇਵਲ ਅਦਾਲਤਾਂ ਵਿੱਚ ਨਹੀਂ, ਬਲਕਿ ਜ਼ਮੀਨ ਤੇ ਵੀ ਲੜੀ ਜਾ ਰਹੀ ਹੈ। ਨਾਸਿਰ ਦੀ ਅੰਮੀ ਦਾ ਵਿਵੇਕਪੂਰਨ ਨਿਰਣਾ, ਨਰਗਿਸ ਨੂੰ ਕਾਲ ਕਰਨਾ, ਰਵਾਇਤੀ ਪਰਿਵਾਰ ਦੇ ਅੰਦਰ ਦੀ ਨੈਤਿਕਤਾ ਅਤੇ ਪੁੱਤਰ ਮੋਹ ਤੋਂ ਉਪਜੀ ਭਲਾਈ ਨੂੰ ਦਰਸਾਉਂਦਾ ਹੈ। ਔਰਤਾਂ ਦਾ ਸਮੂਹ, ਹਿੰਸਾ ਦਾ ਉੱਤਰ ਬਲ ਨਾਲ ਨਹੀਂ, ਬਲਕਿ ਸੰਗਠਿਤ ਪ੍ਰਤੀਰੋਧ ਨਾਲ ਦਿੰਦਾ ਹੈ। ਇਹ ਦ੍ਰਿਸ਼ ਮਹਿਲਾ ਏਕਤਾ ਦੀ ਸ਼ਕਤੀ ਨੂੰ ਉਜਾਗਰ ਕਰਦਾ ਹੈ। 3 ਪ੍ਰੇਮ ਦੀ ਅੰਤਿਮ ਅਦਾਲਤ। ਹਸਪਤਾਲ ਦਾ ਦ੍ਰਿਸ਼ ਭਾਵਨਾਤਮਕ ਸਿਖਰ ਤੇ ਹੈ। ਹਰੀਸ਼ ਚੰਦਰ ਦਾ ਫਿਰਦੌਸ ਨੂੰ ਹੌਸਲਾ ਦੇਣਾ, ਡਰ ਅਤੇ ਪੀੜਾ ਦੇ ਵਿੱਚ ਉਸਦੇ ਮਨੋਬਲ ਨੂੰ ਵਧਾਉਂਦਾ ਹੈ। ਫਿਰਦੌਸ ਦਾ ਲੋਕਲ ਅਨਸਥੀਸੀਆ ਤੋਂ ਬਿਨਾਂ ਦਰਦ ਸਹਿਣ ਕਰਨਾ, ਉਸ ਦੀ ਅਸਾਧਾਰਨ ਹਿੰਮਤ ਅਤੇ ਗਰਭਵਤੀ ਮਾਂ ਦੇ ਦ੍ਰਿੜ ਸੰਕਲਪ ਦਾ ਪ੍ਰਮਾਣ ਹੈ। ਐਪੀਸੋਡ ਦਾ ਅੰਤ ਫਿਰਦੌਸ ਦੇ ਨੈਤਿਕ ਰੋਸ ਨਾਲ ਹੁੰਦਾ ਹੈ। ਉਸ ਦਾ ਰਾਖਸ਼ ਅਤੇ ਮਨੁੱਖ ਦੇ ਵਿੱਚ ਦਾ ਅੰਤਰ ਹਰੀਸ਼ ਚੰਦਰ ਨੂੰ ਸਪਸ਼ਟ ਕਰਨਾ, ਇਹ ਸਿੱਧ ਕਰਦਾ ਹੈ ਕਿ ਅਸਲੀ ਮਜ਼ਹਬ ਨਫ਼ਰਤ ਵਿੱਚ ਨਹੀਂ, ਬਲਕਿ ਮਾਨਵ ਕਦਰਾਂ ਕੀਮਤਾਂ ਵਿੱਚ ਨਿਹਿਤ ਹੈ। ਹਰੀਸ਼ ਚੰਦਰ ਦਾ ਪ੍ਰੇਮ ਅਤੇ ਫਿਰਦੌਸ ਦੀ ਹਿੰਮਤ ਇਹ ਸੁਨਿਸ਼ਚਿਤ ਕਰਦੇ ਹਨ ਕਿ ਨਫ਼ਰਤ ਦਾ ਖੰਜਰ ਉਹਨਾਂ ਦੇ ਆਉਣ ਵਾਲੇ ਸ਼ਿਸ਼ੂ ਦੇ ਆਨੰਦਮਈ ਭਵਿੱਖ ਨੂੰ ਨਸ਼ਟ ਨਹੀਂ ਕਰ ਪਾਵੇਗਾ। ਨਿਸ਼ਕਰਸ਼, ਇਸ ਐਪੀਸੋਡ ਵਿੱਚ ਪਿਤਰ ਸੱਤਾ ਦੀ ਕਰੂਰਤਾ ਹਾਰ ਜਾਂਦੀ ਹੈ ਅਤੇ ਪ੍ਰੇਮ ਦੀ ਸੁਸੰਗਤੀ ਅਤੇ ਸਮਾਜਿਕ ਵਿਵੇਕ ਦੀ ਜਿੱਤ ਹੁੰਦੀ ਹੈ। ਐਪੀਸੋਡ 6 ਸਮਾਪਤ।